ਇਹ ਹੈ ਕਪੂਰਥਲਾ ਸ਼ਹਿਰ ਦੇ ਪਿੰਡ ਵਿਰਦੀ ਦਾ ਸਰਬਸੰਮਤੀ ਨਾਲ 7 ਵਾਰ ਲਗਾਤਾਰ ਚੁਣਿਆ ਹੋਇਆ ਸਰਪੰਚ ਸੁੱਚਾ ਸਿੰਘ। ਰਾਜਨੀਤਿਕ ਸੂਝਵਾਨ, ਮਿਹਨਤੀ ਤੇ ਇਮਾਨਦਾਰ। ਆਪਣੇ ਚਿੱਟੇ ਵਾਲਾਂ ਨੂੰ ਮਹਿੰਦੀ ਲਾਉਣਾ ਪਸੰਦ ਨਹੀਂ ਕਰਦਾ ਤੇ ਕੈਮੀਕਲ ਡਾਈ ਤੋਂ ਇਸ ਨੂੰ ਐਲਰਜੀ ਹੈ। ਇਹ ਹੈ ਸਰਪੰਚ ਦਾ ਇਕਲੌਤਾ ਬੇਟਾ ਸਮਾਈਲ ਸਿੰਘ ਉਰਫ ਸੈਮ। ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ। 2003 ਵਿੱਚ ਹਾਇਰ ਸਟੱਡੀਜ਼ ਲਈ ਆਸਟ੍ਰੇਲੀਆ ਜਾ ਕੇ ਤੇ UBC ਕੈਨੇਡਾ ਵਿੱਚ ਪ੍ਰੋਫੈਸਰ ਲੱਗਿਆ। ਸੈਮ ਨੇ ਮਾਰਵਲਸ ਇੰਗਲਿਸ਼ ਗ੍ਰਾਮਰ ਨਾਂ ਦੀ ਇੱਕ ਕਿਤਾਬ ਲਿਖੀ। ਸੈਮ ਇਸ ਦੀ ਰਾਇਲਟੀ ਤੋਂ ਮਿਲੀਅਨਰ ਬਣ ਗਿਆ। ਇਹ ਹੈ ਵਿਕਟੋਰੀਆ, ਸਪੇਨ ਦੀ ਜੰਪਲ, ਜਿਸਨੇ ਹਾਇਰ ਸਟੱਡੀਜ਼ ਲਈ 2005 ਵਿੱਚ ਕੈਨੇਡਾ ਆ ਕੇ PhD ਕੀਤੀ ਤੇ ਫਿਰ ਇੱਥੇ ਹੀ PR ਫਿਰ ਸਿਟੀਜ਼ਨ ਹੋ ਗਈ। ਸੈਮ ਦੀ ਕਿਤਾਬ ਤੋਂ ਵਿਕਟੋਰੀਆ ਨੂੰ ਇੰਗਲਿਸ਼ ਗ੍ਰਾਮਰ ਸਿੱਖਣ ਵਿੱਚ ਬੜੀ ਮਦਦ ਮਿਲੀ। ਵਿਕਟੋਰੀਆ ਤੇ ਸੈਮ ਸੋਸ਼ਲ ਮੀਡੀਆ ਤੇ ਕੰਟੈਕਟ ਵਿੱਚ ਆਏ। ਦੋਵਾਂ ਦਾ ਪਿਆਰ ਹੋ ਗਿਆ ਤੇ ਦੋਵਾਂ ਨੇ 2013 ਵਿੱਚ ਵਿਆਹ ਕਰਕੇ ਵੈਨਕੂਵਰ ਵਿੱਚ ਦੋਨੇ ਸੈੱਟ ਹੋ ਗਏ। ਸੁੱਚਾ ਸਿੰਘ ਆਪਣੇ ਪੁੱਤਰ ਦੀ ਪੜ੍ਹਾਈ ਅਤੇ ਕਾਮਯਾਬੀ ਤੋਂ ਇੰਨਾ ਖੁਸ਼ ਹੈ ਕਿ 30-35 ਸਾਲ ਦੇ ਨੌਜਵਾਨ ਦੇ ਵਾਂਗ ਹਲਕਾ ਫੁਲਕਾ ਮਹਿਸੂਸ ਕਰਦਾ ਤੇ ਹਰ ਵੇਲੇ ਫੁੱਲਾਂ ਵਾਂਗ ਖਿੜਿਆ ਰਹਿੰਦਾ ਹੈ। ਅਕਤੂਬਰ 2019 ਵਿੱਚ ਸਰਪੰਚ ਆਪਣੀ ਘਰਵਾਲੀ ਨਾਲ ਸੁਪਰ ਵੀਜ਼ਾ ਤੇ ਆਪਣੇ ਪੁੱਤਰ ਸੈਮ ਕੋਲ ਆਇਆ ਹੈ ਤੇ ਅੱਜ ਆਪਣੇ ਪਿੰਡੂ ਤੇ ਜਿਗਰੀ ਦੋਸਤ ਟੋਨੀ ਨੂੰ ਮਿਲਣ ਉਸਦੇ ਘਰ ਜਾ ਰਿਹਾ ਹੈ। ਬੱਲੇ ਟੋਨੀ ਵੀਰ, ਕੀ ਹਾਲ ਚਾਲ ਵੀਰ? ਕੀ ਹਾਲ ਹੈ? ਭਾਜੀ ਘਰ ਤਾਂ ਤੁਸੀਂ ਬਹੁਤ ਸੋਹਣਾ ਬਣਾਇਆ। ਪਿੰਡੇ ਘਰ ਹੀ ਬਣਾ। ਕਿਉਂ ਮਿਸਤਰੀ ਹੜਤਾਲ ਤੇ ਸੀਗੇ? ਸਰਪੰਚਾ ਜੇ ਕਿਤੇ ਤੂੰ ਫਿਲਮਾਂ 'ਚ ਹੁੰਦਾ ਨਾ ਕਮਾਲ ਦਾ ਕਲਾਕਾਰ ਹੋਣਾ ਹੈ। ਹਾਏ ਦੁੱਖ ਦੀ ਰੱਖ ਤੇ ਹੱਥ ਰੱਖਤਾ ਟੋਨੀ ਵੀਰ। ਫੇਰ ਮੈਨੂੰ ਮਿਲਦਾ ਵਾਲਾ ਸ਼ੇਰ ਯਾਦ ਆ ਗਿਆ। ਉਹ ਕਹਿੰਦਾ ਇਹ ਦੁਨੀਆ ਅਜਬ ਸਰਾਏ ਦੇਖੀ, हर चीज यहाँ आनी जानी देखी, जो आके ना जाए बुढ़ापा देखा, जो जाके ना आए जवानी देखी। क्या कमाल। ਸਰਪੰਚ ਸਾਹਿਬ ਤੁਸੀਂ ਤਾਂ ਮੂਵੀਆਂ ਵਿੱਚ ਹੋਣੇ ਚਾਹੀਦੇ ਸੀ। ਭੈਣ ਜੀ ਮੇਰੇ ਬਾਪੂ ਜੀ ਕਿਹਾ ਕਰਦੇ ਸੀ, ਕਾਕਾ ਦੁਨੀਆ ਦਾ ਸਭ ਤੋਂ ਉੱਤਮ ਕੰਮ ਜਿਹੜਾ ਨਾ ਉਹ ਦੁਨੀਆ ਨੂੰ ਰੋਟੀ ਦੇਣਾ ਆ, ਔਰ ਉਹ ਆ ਖੇਤੀਬਾੜੀ। ਬਸ ਉਦੋਂ ਤੋਂ ਹੀ ਆਪਾਂ ਵੀ ਖੇਤੀਬਾੜੀ ਨੂੰ ਆਪਣੀ ਜ਼ਿੰਦਗੀ ਬਣਾ ਲਿਆ। ਨਾਲੇ ਉੱਥੇ ਦੇ ਖੇਤਾਂ ਦੇ ਵਿੱਚ ਖਿੱਚ ਕੇ ਕੰਮ ਕਰੀਦਾ ਤੇ ਨਾਲੇ ਕਾਮਿਆਂ ਦਾ ਦਿਲ ਲਾਈ ਰੱਖੀਦਾ। ਹੋਰ ਸੁਣਾਓ ਤੁਹਾਡੀ ਸਿਹਤ ਕਿੱਦਾਂ? ਭੈਣ ਜੀ ਉਦਾਂ ਤਾਂ ਸਾਰਾ ਕੁਝ ਹੁਣ ਠੀਕ ਹੀ ਹੈ, ਬਸ ਸੱਜਾ ਗੋਡਾ ਥੋੜਾ ਜਿਹਾ ਤੰਗ ਕਰਨ ਲੱਗ ਪਿਆ ਵਿੱਚ। ਉਹ ਬਾਬਾ ਜੀ ਉਮਰਾਂ ਨਾਲ ਤਾਂ ਫਰਕ ਪੈਂਦਾ ਹੀ ਆ। ਓਏ ਇਹ ਉਮਰਾਂ ਦੀ ਗੱਲ ਕਰਦਾ ਹੀ, ਲਾਜ ਲੱਗ ਗਾਣਾ ਇਹਨੂੰ ਦਿਖਾਈਏ ਫਿਰ ਆਪਾਂ। ਅਸੀਂ ਦਬ ਕੇ ਮਿਹਨਤ ਕੀਤੀ, ਨਸ਼ਾ ਕੀਤਾ ਨਾ ਦਾਰੂ ਪੀਤੀ। ਅਸੀਂ ਦਬ ਕੇ ਮਿਹਨਤ ਕੀਤੀ, ਨਸ਼ਾ ਕੀਤਾ ਨਾ ਦਾਰੂ ਪੀਤੀ। ਜ਼ਿੰਦਗੀ ਖੁਸ਼ੀਆਂ ਦੇ ਵਿੱਚ ਬੀਤੀ, ਤੈਨੂੰ ਗਾ ਕੇ ਸੁਣਾਉਂਦੇ ਨੇ। ਤੂੰ ਖੜ ਕੇ ਵੇਖ ਜਵਾਨਾ, ਬਾਬੇ ਭੰਗੜੇ ਪਾਉਂਦੇ ਨੇ। ਵੇਖੀ ਜਾ ਜਵਾਨਾ ਕਿਵੇਂ ਲੱਕ ਹਿਲਾਉਂਦੇ ਨੇ, ਲੱਕ ਹਿਲਾਉਂਦੇ ਨੇ ਨਾਲ ਝੂਮਰ ਪਾਉਂਦੇ ਨੇ। ਤੂੰ ਖੜ ਕੇ ਵੇਖ ਜਵਾਨਾ, ਬਾਬੇ ਭੰਗੜੇ ਪਾਉਂਦੇ ਨੇ। ਖੜ ਕੇ ਵੇਖ ਜਵਾਨਾ, ਬਾਬੇ ਭੰਗੜੇ ਪਾਉਂਦੇ ਨੇ। ਸਰਪੰਚ ਸਾਹਿਬ ਕਮਾਲ ਕਰ ਦਿੱਤੀ। ਵਾਹ ਜੀ ਵਾਹ। ਸਰਪੰਚ ਸਾਹਿਬ ਉੱਥੇ ਇਲੈਕਸ਼ਨ ਦਾ ਕਿੱਦਾਂ ਵਾ? ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਨਾ ਮੈਨੂੰ ਪੁੱਛਦੇ ਆ, ਬਈ ਮੈਂ ਵੋਟ ਕਿਹਨੂੰ ਪਾਵਾਂ? ਮੈਂ ਵੋਟ ਕਿਹਨੂੰ ਪਾਵਾਂ? ਕੀ ਕਿਹਾ? ਕੁਛ ਨਹੀਂ ਜੀ। ਹੋਰ ਸੁਣਾਓ ਡੈਡ, ਕਿਵੇਂ ਹੋ? ਪੁੱਤਰ ਮੈਂ ਤੇ ਤੇਰੇ ਮੰਮੀ ਗੱਲਾਂ ਕਰ ਰਹੇ ਸੀ ਕਿ ਟੋਨੀ ਹੁਣਾਂ ਦਾ ਘਰ ਦੇਖ ਕੇ ਮਜ਼ਾ ਆ ਗਿਆ। ਆਪਣਾ ਘਰ ਵੀ ਜੇ ਇਦਾਂ ਦਾ ਹੋਵੇ ਤੇ ਬੱਲੇ ਬੱਲੇ ਹੋ ਜਾਏ ਯਾਰ। ਡੈਡ ਟੋਨੀ ਹੁਣਾਂ ਵਾਲੀ ਲਾਈਨ ਵਿੱਚ 4 ਹੋਰ ਘਰ ਉਦਾਂ ਦੇ ਬਣਦੇ ਪਏ ਆ, ਉਹਨਾਂ ਵਿੱਚੋਂ ਇੱਕ ਘਰ ਆਪਾਂ ਲੈ ਲੈਂਦੇ ਆ। ਘਰ ਖਰੀਦਣ ਦੀਆਂ ਗੱਲਾਂ ਤੂੰ ਇੰਜ ਕਰਦਾ ਜਿਵੇਂ ਦਾਲਾਂ ਸਬਜ਼ੀਆਂ ਲੈਣ ਜਾਣੀਆਂ ਹੁੰਦੀਆਂ ਨੇ। ਡੈਡ ਇਸ ਕੰਟਰੀ ਵਿੱਚ ਜਿਸ ਬੰਦੇ ਦਾ ਕ੍ਰੈਡਿਟ ਚੰਗਾ ਹੈ, ਜਿਹੜਾ ਬੰਦਾ ਸਰਕਾਰ ਨੂੰ ਚੋਖਾ ਟੈਕਸ ਦਿੰਦਾ ਹੈ,
ਉਹਦੇ ਲਈ ਕੋਈ ਵੀ ਪ੍ਰਾਪਰਟੀ ਲੈਣੀ ਮੁਸ਼ਕਿਲ ਨਹੀਂ ਹੈ। ਤੂੰ ਕਿੰਨਾ ਕੁ ਟੈਕਸ ਦੇਈ ਜਾਂਦਾ ਸਾਲ ਦਾ? $5 ਲੱਖ ਤੋਂ ਵੱਧ ਸਾਲ ਦਾ ਟੈਕਸ ਦਿੰਨੇ ਆ। ਇੱਥੇ ਘਰ ਬਣਾਉਣ ਲਈ ਪਹਿਲਾਂ ਆਪਣਾ ਘਰ ਲੁਟਾਉਣਾ ਪੈਂਦਾ ਹੈ। ਡੈਡ, ਯੂ ਆਰ ਸੋ ਫਨੀ। ਕਿਉਂ ਡੈਡ, ਕਿੱਦਾਂ ਦਾ ਲੱਗਿਆ ਆਪਣਾ ਨਵਾਂ ਘਰ? ਆਹ ਤਾਂ ਪੁੱਤਰ ਨਜ਼ਾਰਾ ਹੀ ਲੱਗਾ ਪਿਆ, ਦੇਖਤਾ ਸਮੁੰਦਰ ਦਾ ਕਿਤੇ। ਸਵੇਰੇ ਸਵੇਰੇ ਉੱਠ ਕੇ ਰੂਹ ਖੁਸ਼ ਹੋ ਜਾਂਦੀ ਦੇਖ ਕੇ। ਡੈਡ, ਤੁਸੀਂ ਹੁਣ ਮੇਰੇ ਕੋਲ ਹੀ ਰਹੋ। ਤੁਸੀਂ ਇੱਥੇ ਰਹੋ, ਸਾਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਓ। ਬਹੁਤ ਸੇਵਾ ਕਰ ਲਈ ਤੁਸੀਂ ਦੁਨੀਆ ਦੀ। ਪੁੱਤਰ, ਮੇਰੇ ਉੱਥੇ ਥੋੜ੍ਹੇ ਜਿਹੇ ਕੰਮ ਹੋਰ ਪਏ ਆ, ਮੈਂ ਇੱਕ ਵਾਰੀ ਉਹ ਨਿਬੇੜਿਆ ਵਾਂ। ਉਸ ਤੋਂ ਬਾਅਦ ਮੈਂ ਫਿਰ ਰਿਟਾਇਰਮੈਂਟ ਹੀ ਲੈ ਲੈਣੀ ਹੈ। ਫਿਰ ਮੈਂ ਤੇਰੇ ਕੋਲ ਹੀ ਰਹਿਣਾ। ਮੈਂ ਤੇ ਤੇਰੀ ਮੰਮੀ, ਤੇਰੇ ਬੱਚਿਆਂ ਨੂੰ ਅਸੀਂ ਫਿਰ ਸੰਭਾਲਾਂਗੇ ਇੱਥੇ। ਚਲੋ ਡੈਡ, ਜਿੱਦਾਂ ਤੁਸੀਂ ਠੀਕ ਸਮਝਦੇ ਹੋ। ਸੰਧੂ ਸਾਹਿਬ। ਪ੍ਰੋਫੈਸਰ ਸਾਹਿਬ, ਵੈਲਕਮ ਜੀ, ਵੈਲਕਮ। ਕੀ ਹਾਲ ਚਾਲ ਹੈ? ਪ੍ਰੋਫੈਸਰ ਸਾਹਿਬ ਬੈਠੋ ਜੀ, ਬੈਠੋ। ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ ਜੀ। ਹੋਰ ਪ੍ਰੋਫੈਸਰ ਸਾਹਿਬ, ਕੀ ਸੇਵਾ ਕਰੀਏ ਤੁਹਾਡੀ? ਮੈਂ ਤੇ ਤੁਹਾਡਾ ਨਾ ਧੰਨਵਾਦ ਕਰਨ ਆਇਆ। ਮੇਰੇ ਡੈਡ ਇੰਨੇ ਖੁਸ਼ ਹਨ ਤੁਹਾਡੀ ਬਿਲਡਿੰਗ ਮਟੀਰੀਅਲ ਤੋਂ। ਸਾਡਾ ਨਵਾਂ ਘਰ ਜਗਮਗ ਕਰ ਰਿਹਾ ਯਾਰ। ਥੈਂਕ ਯੂ ਪ੍ਰੋਫੈਸਰ ਸਾਹਿਬ, ਥੈਂਕ ਯੂ। ਪ੍ਰੋਫੈਸਰ ਸਾਹਿਬ, ਨਜ਼ਰ ਨਾ ਲੱਗੇ, ਇੱਕ ਗੱਲ ਕਹਾਂ ਤੁਹਾਡੇ ਡੈਡ ਲਈ। ਜ਼ਰੂਰ ਜੀ। ਤੁਹਾਡੇ ਡੈਡ ਦੀ ਫਿਟਨੈਸ ਦਾ ਰਾਜ ਕੀ? ਹੱਲੇ ਵੀ 30-35 ਦੇ ਲੱਗਦੇ ਹੋ। ਸੰਧੂ ਸਾਹਿਬ, ਮੇਰੇ ਮਾਂ-ਬਾਪ ਨੇ ਇੱਕੋ ਹੀ ਗੱਲ ਮੈਨੂੰ ਬਚਪਨ ਤੋਂ ਸਮਝਾਈ ਹੈ ਕਿ ਪੁੱਤਰ, ਤੂੰ ਸਾਡਾ ਇਕਲੌਤਾ ਬੱਚਾ ਹੈ। ਚਾਹੇ ਧੀ ਵੀ ਹੁੰਦੀ ਤੇ ਚਾਹੇ ਤੂੰ ਪੁੱਤਰ ਹੈ। ਵਾਹ ਜੀ ਵਾਹ। ਕਦੀ ਸਾਡੀ ਪਿੱਠ ਨਾ ਲਵਾਈ ਤੇ ਸਾਡਾ ਸਿਰ ਨਾ ਨੀਵਾਂ ਹੋਣ ਦੇਈ। ਸਦਾ ਇਹੋ ਹੀ ਕੰਮ ਕੀਤਾ ਕਿ ਜਿਹਦੇ ਨਾਲ ਮੇਰੇ ਮਾਂ-ਬਾਪ ਦਾ ਸਿਰ ਉੱਚਾ ਹੋਵੇ। ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਜੀ ਕਿ ਜੇ ਔਲਾਦ ਚੰਗੀ ਨਿਕਲ ਆਵੇ ਤੇ ਮਾਂ-ਬਾਪ ਦੀ ਉਮਰ ਦੁੱਗਣੀ ਹੋ ਜਾਂਦੀ ਹੈ। ਬਿਲਕੁਲ ਪ੍ਰੋਫੈਸਰ ਸਾਹਿਬ, ਸਹੀ ਹੈ ਜੀ, ਬਿਲਕੁਲ ਸਹੀ ਹੈ। Sam, your dad is a very charming man. He has a great sense of humor. Yes. He's so easygoing with everyone. You know, that's why my dad was elected the head of our village consecutively 7th time last year. I have never seen any person like him. Yeah, I know. My dad is awesome, in fact. You know, Victoria, my dad has supported my highest education in Canada. I am all because of him. And I think that's why I could get an intellectual and beautiful, understanding wife like you. Why doesn't he color his hair? I think he will look better. You know, Victoria, my dad has allergy to chemicals. That's why he never colors his hair. Oh, I see. Yeah. ਡੈਡ, ਤੁਸੀਂ ਹੁਣ ਇੱਥੇ ਸਾਡੇ ਕੋਲ ਹੀ ਰਹੋ। ਡੈਡ, ਵਿਕਟੋਰੀਆ ਵੀ ਤੁਹਾਨੂੰ ਤੇ ਮੰਮੀ ਨੂੰ ਬਹੁਤ ਪਸੰਦ ਕਰਦੀ ਹੈ। ਪੁੱਤਰ, ਤੇਰਾ ਮੁਲਕ ਹੈ ਤੇ ਬਹੁਤ ਸੋਹਣਾ ਤੇ ਵਧੀਆ, ਪਰ ਜੋ ਖੁਸ਼ਬੂ ਪੰਜਾਬ ਦੀ ਮਿੱਟੀ ਵਿੱਚੋਂ ਆਉਂਦੀ ਆ ਨਾ, ਉਹ ਸਾਨੂੰ ਇਸ ਮਿੱਟੀ ਚੋਂ ਨਹੀਂ ਲੱਭਦੀ। ਪੁੱਤਰ, ਉੱਥੇ ਪਿੰਡ ਦੀਆਂ ਕੁਝ ਸਮੱਸਿਆਵਾਂ ਨੇ, ਮੈਂ ਉਹ ਹੱਲ ਕਰਿਆ ਵਾਂ, ਫਿਰ ਮੈਂ ਇੱਥੇ ਆ ਹੀ ਜਾਣਾ। ਡੈਡ, ਇਹ ਪ੍ਰੋਬਲਮਸ ਉੱਥੇ ਚੱਲਦੀਆਂ ਰਹਿਣੀਆਂ। ਇਹ ਸਿਸਟਮ ਨਹੀਂ ਇੰਡੀਆ ਦਾ ਬਦਲ ਸਕਦਾ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਕੋਸ਼ਿਸ਼ ਕਰਨੀ ਵੀ ਛੱਡ ਦਈਏ। ਤੁਹਾਡੀ ਗੱਲ ਠੀਕ ਹੈ ਡੈਡ। ਆਪਾਂ ਦੇਖੋ ਸਾਰੀਆਂ ਪਾਰਟੀਆਂ ਅਜਮਾ ਕੇ ਵੇਖ ਲਈਆਂ। ਕਾਂਗਰਸ ਵਾਲਾ 1984 ਦਾ ਕਾਂਡ ਹੋਣ ਦੀ ਨੌਬਤ ਹੀ ਕਿਉਂ ਆਈ? ਜੇ ਹੋ ਗਿਆ, ਉਸ ਦਾ ਅੱਜ ਤੱਕ ਸਾਨੂੰ ਇਨਸਾਫ ਮਿਲਿਆ ਕੋਈ? ਬੀਜੇਪੀ ਜੇ ਇਹ ਆਈ ਹੈ ਤੇ ਇਹਨਾਂ ਨੇ ਨੋਟਬੰਦੀ ਕਰਤੀ। ਪਰ ਨੋਟਬੰਦੀ ਦਾ ਪਤਾ ਕੀ ਪਿੱਛੇ ਰਾਜ਼ ਸੀ? ਕਾਂਗਰਸ ਕੋਲ ਤੇ ਬੀਜੇਪੀ ਕੋਲ ਦੋਨਾਂ ਕੋਲ ਹੀ ਅਰਬਾਂ ਰੁਪਏ ਦਾ ਜਿਹੜਾ ਉਹ ਪਾਰਟੀ ਫੰਡ ਪਿਆ ਸੀ। ਉਹ ਰਾਈਟ ਟੂ ਇਨਫੋਰਮੇਸ਼ਨ ਦੇ ਅੰਡਰ ਨਹੀਂ ਆਉਂਦਾ, ਆਰਟੀਆਈ ਦੇ ਅੰਡਰ ਨਹੀਂ ਆਉਂਦਾ। ਬੀਜੇਪੀ ਨੇ ਨੋਟਬੰਦੀ ਕਰਨ ਤੋਂ ਪਹਿਲਾਂ ਆਪਣਾ ਸਾਰਾ ਪਾਰਟੀ ਫੰਡ ਵਾਈਟ ਮਨੀ 'ਚ ਬਦਲ ਲਿਆ, ਯਾਨੀ ਕਿ ਉਹਦੇ ਨੋਟ ਬਦਲ ਲਏ ਸਾਰੇ। ਕਾਂਗਰਸ ਜਿਹੜੀ ਹੈ ਉਹ ਇਸ ਨੋਟਬੰਦੀ ਨਾਲ ਕੰਗਾਲ ਹੋ ਗਈ। ਉਹਦਾ ਸਾਰਾ ਫੰਡ ਜਿਹੜਾ ਪਾਰਟੀ ਦਾ ਫੰਡ ਸੀ ਨਾ, ਉਹ ਸਾਰਾ ਮਿੱਟੀ ਹੋ ਗਿਆ। ਹੁਣ ਬੀਜੇਪੀ ਨੇ ਉਸ ਪੈਸੇ ਦੇ ਨਾਲ ਸਾਰਾ ਮੀਡੀਆ ਖਰੀਦ ਰੱਖਿਆ। ਪਾਰਟੀਆਂ ਇੰਨੀਆਂ ਮਾੜੀਆਂ ਵੀ ਨਹੀਂ ਹੁੰਦੀਆਂ। ਦੋਨਾਂ ਹੀ ਪਾਰਟੀਆਂ ਨੇ ਬਹੁਤ ਕੰਮ ਚੰਗੇ ਵੀ ਕੀਤੇ ਆ। ਤੂੰ ਆਪ ਸੋਚ, ਜਦੋਂ ਨਹਿਰੂ ਨੂੰ ਇਹ ਮੁਲਕ ਮਿਲਿਆ ਸੀ, ਉਸ ਵੇਲੇ ਦੇਸ਼ ਦਾ ਕੀ ਹਾਲ ਸੀ। ਉਹਨੇ ਬਹੁਤ ਚੰਗੇ ਕੰਮ ਕੀਤੇ। ਦੇਸ਼ ਵਿੱਚ ਹਸਪਤਾਲ ਬਣੇ, ਸਕੂਲ ਬਣੇ, ਕਾਲਜ ਬਣੇ, ਯੂਨੀਵਰਸਿਟੀਆਂ ਬਣੀਆਂ,
ਟਾਟਾ ਬਿਰਲਾ ਹੋਣੀ ਉਸੇ ਦੇ ਟਾਈਮ ਤੇ ਤਾਂ ਇੰਨੇ ਐਸਟੈਬਲਿਸ਼ ਹੋਏ ਸੀਗੇ, ਕਿੰਨੀ ਤਰੱਕੀ ਹੋਈ ਸੀ। ਇੰਦਰਾ ਗਾਂਧੀ ਦੇ ਆਉਣ ਦੇ ਬਾਅਦ ਐਮਰਜੈਂਸੀ ਲੱਗ ਗਈ, ਹੋਰ ਜਿਹੜੇ ਕਈ, ਉਦੋਂ ਕੰਮ ਥੋੜਾ ਕਾਂਗਰਸ ਦਾ ਖਰਾਬ ਹੋਇਆ। ਮਨਮੋਹਨ ਸਿੰਘ ਨੂੰ ਦੁਨੀਆ ਦਾ ਸਭ ਤੋਂ ਇਮਾਨਦਾਰ ਪ੍ਰਧਾਨ ਮੰਤਰੀ ਐਲਾਨਿਆ ਗਿਆ। ਬੀਜੇਪੀ ਨੇ ਵੀ ਬਹੁਤ ਚੰਗੇ ਕੰਮ ਕੀਤੇ ਆ। ਪਿਛਲੇ 7 ਸਾਲਾਂ ਵਿੱਚ ਬੀਜੇਪੀ ਸਰਕਾਰ ਦੇ ਟਾਈਮ ਤੇ ਇੰਨੀਆਂ ਸੜਕਾਂ ਬਣੀਆਂ ਪੁੱਤਰ, ਤੂੰ ਸੋਚ ਵੀ ਨਹੀਂ ਸਕਦਾ। ਸਾਨੂੰ ਵਪਾਰੀ ਦੱਸਦੇ ਆ ਨਾ, ਜਿਹੜੇ ਕਾਰਾਂ 'ਚ ਪੂਰਾ ਦੇਸ਼ ਘੁੰਮਦੇ ਆ। All the 3 farm bills that have been passed by Parliament. ਆ ਕਿਹੜੇ ਬਿੱਲ ਪਾਸ ਕਰਤੇ ਸਰਕਾਰ ਨੇ? मैं हुणे पुछदा इंडिया फोन करके। मोदी सरकार का दावा है कि संसद में पास कृषि सुधार बिल देश में खेती और खेतीहरों की हालत में ऐतिहासिक सुधार करेंगे। इन विधेयकों से कई राज्यों के किसानों में नाराजगी दिख रही है। उन्हें चिंता है कि उन्हें न्यूनतम समर्थन मूल्य मिल पाएगा या नहीं। वैसे भी अब भी सभी किसानों को उपज का न्यूनतम समर्थन मूल्य नहीं मिलता है। मध्य प्रदेश के मुख्यमंत्री कह चुके हैं कि बिलों का विरोध करने वाले किसानों को भड़का रहे हैं। ऐसे में मध्य प्रदेश के किसान क्या सोच रहे हैं? अनुराग द्वारी की रिपोर्ट। अभी तो ये लड़ाई है, आगे और लड़ाई है, किसानों की मौत का फरमान वापस लो, वापस लो। मारता किसान तुसी ते, मारता किसान हुण नहीं बचदा, कोई उम्मीद नहीं। कृषि सुधार से संबंधित भाई कोरोना के टाइम ते आ बिल पास करने दी सरकार नूं की पई सी? ले जाओ सारिया जमीनां, ले जाओ किसानां दियां। भाई कंगाल कर दिओ किसान नूं, किसे जोगा ना छड्डिओ। इस अन्नदाता कह के इहनूं मारता। की करू बेचारा किसान? कोई कि जमीन ही तां सी ओहदे कोल, वो भी खोलणी तुसीं। वो वड्डे किसान समझदे होणगे इन्हां बिल्लां नूं। वो छोटा मारिया जाना, वो तां बेचारा पढ़िया लिखिया ही नहीं है। कित्थे बेचू अपनी वो खेतीबाड़ी, कित्थे बेचू अपनी फसल? बेचता रहूगा, पाई करना। सही किसान बात ਪਹਿਲਾਂ ਕੀਤੀ ਨੋਟਬੰਦੀ, ਫਿਰ GST ਕभी सफल नहीं हो। 2.5 ਸਾਲਾਂ ਬਾਅਦ ਟਰੱਕ ਲਿਆਉਂਗਾ ਵੱਡਾ, ਨੋਟਾਂ ਦੇ ਲਾ ਲਈ ਬੋਰੀ ਜਿੰਨੀ ਮਰਜ਼ੀ। ਪਹਿਲਾਂ ਕੀਤੀ ਨੋਟਬੰਦੀ, ਫਿਰ GST ਨਾਲ ਜਨਤਾ ਚੰਗੀ। ਤੂੰ ਤੇ ਆਪਣੀ ਮਿਹਨਤ ਮੰਗੀ, ਲੀਡਰ ਪੈਰ ਨਾ ਲਾਉਂਦੇ ਨੇ। ਸੰਭਲ ਜਾ ਤੂੰ ਕਿਸਾਨਾ, ਇਹ ਤੇਰਾ ਭਲਾ ਨਾ ਚਾਹੁੰਦੇ ਨੇ। ਜਾਗ ਪੈ ਤੂੰ ਕਿਸਾਨਾ, ਲੀਡਰ ਲਾਰੇ ਲਾਉਂਦੇ ਨੇ। ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦਾ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਜੋ ਆਮ ਆਦਮੀ ਕਹਿੰਦਾ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਆਟਾ ਦਾਲ ਵੀ ਚੱਲੂਗੀ, ਨਾਲ ਅਸੀਂ ਚੀਨੀ ਤੇ ਚਾਹ ਵੀ ਰੱਖ ਰਹੇ ਹਾਂ ਉਹਦੇ ਨਾਲ। ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ। ਜੀ ਕਰਦਾ ਗੋਡੇ ਥੱਲੇ ਇਹਨਾਂ ਦੀ ਧੌਣ ਦੇ ਕੇ ਕੀ ਮਾਰ ਕੇ ਧੌਣ ਦਾ ਪਟਾਕਾ ਪਾ ਰਿਹਾ। ਛੱਡਣਾ ਇਹਨੂੰ ਮੈਂ, ਲੱਤ ਤੇ ਲੱਤ ਰੱਖ ਕੇ ਚੀਰ ਦੇ ਇਹਨਾਂ ਨੂੰ। ਤੋੜ ਫੜਾ ਤੋੜ। Hey Sam, come look at your dad. He's behaving abnormally. Come and see. What? ਛੱਡਣਾ ਨਹੀਂ ਮੈਂ ਇਹਨਾਂ ਨੂੰ, ਛੱਡਣਾ ਨਹੀਂ ਕਿਸੇ ਨੂੰ ਮੈਂ। ਛੱਡਣਾ ਨਹੀਂ ਇਹਨਾਂ ਨੂੰ, ਛੱਡਣਾ ਨਹੀਂ। ਮੈਂ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਂਦਾ ਨਹੀਂ, ਹੁਣੇ ਐਮਰਜੈਂਸੀ ਲੈ ਕੇ ਜਾਣਾ। ਬਾਦ ਸਾਹਿਬ ਆਓ, ਤੁਸੀਂ ਵੀ ਹੱਥ ਸੈਨੀਟਾਈਜ਼ ਕਰ ਦਿਓ। ਦੇਖੋ ਭਾਜੀ ਇਹ ਤਾਂ ਸਤਿ ਸ਼੍ਰੀ ਅਕਾਲ ਬੜਾ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਗਿਰ ਸਾਹਿਬ ਕਿੱਦਾਂ ਬਹੁਤ ਦੇਰ ਬਾਅਦ ਦਰਸ਼ਨ ਕਿ ਕੋਵਿਡ ਕਰਕੇ ਵੇਖੋ ਹੁਣ ਮਹਿਫਲਾਂ ਨਹੀਂ ਲੱਗਦੀਆਂ। ਕਰੋਨਾ ਨੇ ਇਸ ਸਾਲ ਤਾਂ ਨਾ ਲੋਕਾਂ ਦਾ ਜਿਹੜਾ ਜੀਵਨ ਸੀ ਉਹਨੂੰ ਇੱਕ ਨਾ ਫੁੱਲ ਸਟਾਪ ਹੀ ਲਾ ਦਿੱਤਾ। ਆਪਣੇ ਪਿੰਡੋਂ ਸਰਪੰਚ ਸੁੱਚਾ ਸਿੰਘ ਆਇਆ ਹੋਇਆ ਨਾ। ਅੱਛਾ ਜੀ। ਉਹਨੂੰ ਮਿਲ ਕੇ ਆਇਆ। ਕੀ ਹਾਲ ਹੈ ਦੱਸਦੇ ਨੇ ਪੰਜਾਬ ਦਾ? ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਆ ਨਾ ਅੱਜ ਕੱਲ੍ਹ ਬੜੀ ਦੁਰਦਸ਼ਾ ਹੋ ਰਹੀ ਆ। ਉਹਦੀ ਜਿਹੜੀਆਂ ਸਰਕਾਰਾਂ ਨੇ ਉਹਦੇ ਹੱਕ 'ਚ ਨਹੀਂ ਭੁਗਤ ਰਹੀਆਂ। ਤੇ ਉਹ ਜਦੋਂ ਦਾ ਪੰਜਾਬ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋਏ ਨੇ ਤੇ ਪੰਜਾਬ ਬੰਦ ਦਾ ਸ਼ੁਰੂ ਹੋਇਆ, ਇੱਕ ਤਰ੍ਹਾਂ ਨਾਲ ਨਾ ਉਹਦੇ ਦਿਮਾਗ ਨੂੰ ਚੜੀ ਹੋਈ ਹੈ ਗੱਲ। ਕਿਸਾਨ ਖੱਜਲ ਖੁਆਰੀ ਹੁੰਦੇ ਨੇ ਤੇ ਸਰਪੰਚ ਸਾਹਿਬ ਨੂੰ ਕਹੋ ਬਸ ਤੁਸੀਂ ਇੱਥੇ ਕੈਨੇਡਾ ਜਾਇਓ, ਜੇ ਘੁੰਮਣ ਆਇਓ ਤਾਂ ਇੱਥੋਂ ਦੇ ਤੁਸੀਂ ਵਾਤਾਵਰਨ ਦੇ ਵਿੱਚ ਇੰਜੋਏ ਕਰੋ, ਕਿੰਨਾ ਸੋਹਣਾ ਮਾਹੌਲ ਹੈ ਇੱਥੇ। ਮੈਂ ਕਹਿੰਦਾ ਭਾਜੀ ਤੇ ਸਰਪੰਚ ਸਾਹਿਬ ਉਹਨਾਂ ਬਜ਼ੁਰਗ ਇੱਥੇ ਆ ਕੇ ਥੋੜਾ ਤੰਗ ਨਹੀਂ ਹੋ ਜਾਂਦੇ ਅੰਦਰ ਰਹਿਣ, ਨਾ ਘੁੱਟਣ ਮਹਿਸੂਸ ਹੁੰਦੀ ਆ। ਆਪਣਾ ਪੰਜਾਬ ਕਿੰਨਾ ਵਧੀਆ, ਸਵੇਰ ਨੂੰ ਮਾਹੌਲ ਕਿੰਨਾ ਵਧੀਆ ਹੁੰਦਾ ਉੱਥੇ। ਟੂਰਨਾਮੈਂਟ ਵੀ ਖਤਮ ਹੋ ਗਏ, ਮੇਲੇ ਸਾਰੇ ਜਾਂਦੇ ਲੱਗੇ। ਬਿਲਕੁਲ ਜੀ। ਤੇ ਇਸ ਕਰਕੇ ਵੀ ਮੈਂ ਕਹਿੰਦਾ ਥੋੜਾ ਮਹਿਸੂਸ ਕਰਦੇ ਹੁੰਦੇ ਆ। ਤੁਹਾਡਾ ਪੁਆਇੰਟ ਬਿਲਕੁਲ ਜਾਇਜ਼ ਆ, ਕਿਉਂਕਿ ਜਦੋਂ ਬਜ਼ੁਰਗ ਇੱਥੇ ਆ ਕੇ ਅੰਦਰ ਚਾਰ ਦੀਵਾਰੀ ਦੇ ਅੰਦਰ ਤਾੜਿਆ ਜਾਂਦਾ ਨਾ, ਉਹ ਫਿਰ ਉਹਦੀ ਸੋਚਾਂ ਦੀ ਲੜੀ ਚੱਲਦੀ ਰਹਿੰਦੀ ਹੈ। ਉਹ ਹੁਣ ਉਹ ਇਲੈਕਸ਼ਨ ਦੀਆਂ ਗੱਲਾਂ ਕਰੀ ਜਾਂਦੇ ਆ। ਸਰਵੇ ਜ਼ਰੂਰ ਭਾਜੀ ਆ ਰਹੇ ਆ। ਅਸੀਂ ਰੋਜ਼ ਲੋਕਾਂ 'ਚ ਵਿਚਰੀਦਾ, ਜਿੱਦਾਂ ਅਸੀਂ ਹੁਣ ਛੋਟੇ ਬਿਜ਼ਨਸਮੈਨ ਆ, ਕੰਮ ਕਰਦੇ ਆ, ਹਰੇਕ ਨਵਾਂ ਬੰਦਾ ਰੋਜ਼ ਟੱਕਰਦਾ, ਉਹਨੂੰ ਅਸੀਂ ਪੁੱਛੀਦਾ ਵੀ ਵੋਟਾਂ ਦਾ ਕਿੱਦਾਂ ਕੀ ਹਿਸਾਬ ਕਿਤਾਬ ਆ। ਸਵੇਰ ਨੂੰ ਟੈਨਸ਼ਨ ਤਾਂ ਇਹੀ ਰਹਿੰਦੀ ਆ। ਉਹ ਕਹਿੰਦੇ ਵੀ ਐਤਕੀ ਤਾਂ ਲੱਗਦਾ ਨਹੀਂ ਇਹ ਸਰਕਾਰ ਮੁੜ ਕੇ ਆਊਗੀ। ਜਦੋਂ ਪੁੱਛੀਦਾ ਕੀ ਚੱਕਰ ਆ, ਉਹਦਾ ਸਾਨੂੰ ਹਜੇ ਤੱਕ ਪਤਾ ਨਹੀਂ ਲੱਗਦਾ ਵੀ ਕੀ ਚੱਕਰ ਆ, ਵੀ ਸਰਕਾਰ ਐਤਕੀ ਚੇਂਜ ਹੋ ਜਾਣੀ ਹੈ। ਉਹ ਤੇ ਕੋਵਿਡ ਦਾ ਵੀ ਅਸਰ ਹੈਗਾ ਜੀ, ਕੋਵਿਡ ਦੇ ਵਿੱਚ ਕਿਉਂ ਸਰਕਾਰ ਨੇ ਖੋਲ ਦਿੱਤੀ ਹੈ। ਭਾਜੀ ਸਾਨੂੰ ਇਹ ਨਹੀਂ ਪਤਾ ਲੱਗਦਾ, ਜੇ ਵੋਟ ਪਾਉਂਦੇ ਆ ਤਾਂ ਪਾਈ ਕਿਹਨੂੰ, ਇਹ ਸਾਡੇ ਵਰਗੇ ਬੰਦਿਆਂ ਲਈ ਜਾਂ ਕੀ ਕਰਦੇ। ਚਲੋ ਹੁਣ ਆਪਾਂ ਰੌਲਾ ਪਾਉਂਦੇ ਆ ਵੀ ਡਰੱਗ 'ਚ ਨਿਆਣੇ ਬਹੁਤ ਗਿਓ ਆ। ਜੇ ਆਪਾਂ ਉਹ ਡਰੱਗ ਤੇ ਜਾਣ ਤੋਂ ਪਹਿਲੇ ਇਹਨਾਂ ਨੂੰ ਕੈਚ ਕਰ ਲਈਏ ਵੀ ਨਿਆਣੇ ਹੁਣ ਸਪੋਰਟਸ ਕਰਦੇ ਆ ਬੜੀ ਵਧੀਆ। ਹਰੇਕ ਕੋਈ ਆਪਾਂ ਇਹ ਨਹੀਂ, ਆਪਣੀ ਕਮਿਊਨਿਟੀ ਦੇ ਸਾਰੇ ਗੋਰਿਆਂ ਦੇ, ਇੰਡੀਅਨ ਸਾਰੇ ਵੀ ਕਿਤੇ ਵੀ ਕੰਟਰੀ ਤੋਂ ਆਇਆ ਮੈਡਲ ਲੈ ਕੇ ਆਉਂਦੇ ਆ ਵਰਲਡ ਦੇ ਵਿੱਚੋਂ। ਉਹਨਾਂ ਨੂੰ ਆਉਂਦਿਆਂ ਨੂੰ ਏਅਰਪੋਰਟ ਤੇ ਸਿਰਫ ਕੋਈ ਫੁੱਲਾਂ ਦਾ ਹਾਰ ਵੀ ਨਹੀਂ ਦੇ ਸਕਦੇ। ਜੋਬ ਤਾਂ ਇੱਕ ਪਾਸੇ। ਇੰਡੀਆ ਹੁਣ ਅਸੀਂ ਮੈਡਲ ਲੈ ਕੇ ਆਉਂਦੇ ਆ, ਸਾਡੇ ਇੰਡੀਆ ਭਲਵਾਨ ਆ, ਮੁੰਡੇ ਹੋਰ ਵੀ ਆ, ਸਪੋਰਟਸ ਕਰਦੇ ਆ, ਉਹਨਾਂ ਨੂੰ ਪੈਸਿਆਂ ਦੇ ਵਿੱਚ ਤੋਲ ਦਿੰਦੇ ਆ ਔਰ ਜੋਬਾਂ ਦੇ ਵਿੱਚ ਏਦਾਂ ਤੋਲ ਦਿੰਦੇ ਆ। ਆਉਂਦਿਆਂ ਨੂੰ ਆਫਰ ਦੇ ਦਿੰਦੇ ਆ ਵੀ ਤੁਹਾਨੂੰ DSP ਬਣਾਤਾ ਜਾਂ ਤੁਹਾਨੂੰ ਬਿਜਲੀ ਬੋਰਡ ਦੀ ਜੋਬ ਮਿਲ ਗਈ। ਇੱਥੇ ਤਾਂ ਕਿਸੇ ਨੂੰ ਜੈਮ ਨਹੀਂ ਫ੍ਰੀ ਕਰਦੇ। ਜੈਮ ਵੀ ਇੱਕ ਮੇਰੇ ਖਿਆਲ ਸਾਲ ਲਈ ਫ੍ਰੀ ਕਰਦੇ। ਜੇ ਕੋਈ ਹੋਰ ਮੈਡਲ ਲਿਆ ਆਵੇ ਮੁੜ ਕੇ ਉਹਨੂੰ ਜੈਮ ਦੇ ਦਿੰਦੇ। ਦੇਖੋ ਜੀ, ਆਪਣਾ ਵੀ ਫਰਜ਼ ਬਣਦਾ। ਹੁਣ ਜਿਵੇਂ ਇਲੈਕਸ਼ਨ ਆਈ ਹੁਣ ਹੈ ਨਾ, ਇਲੈਕਸ਼ਨ ਦੇ ਵਿੱਚ ਹੈ ਕਿ ਆਪਣੇ ਭਾਈਚਾਰੇ ਨੂੰ ਇਕੱਠਿਆਂ ਹੋ ਕੇ ਜਿਹੜੇ ਇਹ ਇਲੈਕਸ਼ਨ ਲੜ ਰਹੇ ਲੀਡਰ ਸਾਡੇ ਜਿਹੜੇ ਜਿੱਦੇ ਵੀ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਵੀ ਜੇ ਹੁਣ ਸਰਕਾਰ ਤੁਹਾਡੀ ਬਣਦੀ ਹੈ ਤੇ ਸਾਨੂੰ ਕੀ ਫਾਇਦਾ ਹੋਏਗਾ ਇਹਦਾ। ਬਿਲਕੁਲ ਇਹ ਗੱਲ ਕਰਨੀ ਬਣਦੀ ਹੈ। ਹੁਣ ਇਹ ਮੌਕਾ ਹੈ। ਮੰਨ ਲਓ ਸਪੋਰਟਸਮੈਨ ਤੇ ਸੱਟ ਲੱਗ ਜਾਂਦੀ ਆ, ਬਾਕੀਆਂ ਮਗਰ 6 ਮਹੀਨੇ ਹਸਪਤਾਲ 'ਚ ਉਹਦੀ ਵਾਰੀ ਨਹੀਂ ਆਉਂਦੀ ਵੀ ਉਹਦੀ ਸਰਜਰੀ ਹੋ ਜਾਵੇ, ਉਹਨੇ ਗਾਹਾਂ ਮੋਹਰੇ ਰੈਡੀ ਹੋਣਾ, ਉਹਦਾ ਪ੍ਰਾਇੋਰਟੀ ਬੇਸ ਤੇ ਪਹਿਲਾਂ ਇਲਾਜ ਹੋਣਾ ਚਾਹੀਦਾ। ਹੁਣ ਪਤਾ ਨਹੀਂ ਹਸਪੀਟਲ ਬਣੂਗਾ, ਸਰਕਾਰ ਬਣਾਊਗੀ ਕਿ ਨਹੀਂ ਬਣਾਊਗੀ, ਵਾਅਦੇ ਤਾਂ ਕਰ ਜਾਂਦੇ ਬਣੇ ਜ਼ਰੂਰ। ਇਹ ਨਾ ਹੋਵੇ ਟਨਲ ਮੰਗ ਰਵੇ, ਕੰਮੇ ਰੋਵੇ, ਮੁੜ ਕੇ ਫੇਰ ਰਸ਼ 'ਚ ਘੰਟਾ ਸਾਨੂੰ ਸਵੇਰ ਨੂੰ ਖੜਨਾ ਪਵੇ ਵੈਨਕੂਵਰ ਨੂੰ ਜਾਣ ਨੂੰ, ਤੋਵਾ ਕਰੀਏ ਜਾਂ ਤਾਂ 9 ਵਜੇ ਤੋਂ ਬਾਅਦ ਜਾਈਏ ਜਾਂ ਸਵੇਰ ਨੂੰ 5 ਵਜੇ ਉੱਠ ਕੇ ਜਾਈਏ। ਬਣੀ ਬਣਾਈ ਪਲਾਨ। What did the doctor say? He says my dad is under depression. He has booked his appointment with a psychiatrist. Shall I make some tea for you? Sure. Go and change, and I'll bring it for you. ਹਾਂਜੀ ਅੱਲਾ ਬਖਸ਼ ਨਹੀਂ ਆਇਆ ਬਾਜੀ। ਸਰਦਾਰ ਜੀ ਸਤਿ ਸ੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਉਹ ਸ਼ੈਤਾਨ ਨੂੰ ਯਾਦ ਕੀਤਾ, ਸ਼ੈਤਾਨ ਹਾਜ਼ਰ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਜਨਾਬ ਤੁਹਾਨੂੰ ਕੁਝ ਪਤਾ ਚੱਲਿਆ ਜੇ ਕੀ? ਟੋਨੀ ਦੇ ਪਿੰਡ ਦਾ ਸਰਪੰਚ ਉਹ ਤੇ ਡਿਪਰੈਸ਼ਨ ਵਿੱਚ ਚਲ ਗਿਆ ਜੇ। ਤਾਂ ਸਾਡੇ ਪਿੰਡ ਦਾ ਬੰਦਾ ਹੈ, ਉਹਦਾ ਖੁਸ਼ ਮਿਜਾਜ ਬੰਦਾ ਹੀ ਹੈ ਨਾ। ਅੱਲਾ ਬਖਸ਼ਾ, ਉਹਨੂੰ ਗੱਲ ਕੀ ਹੋਈ? ਗੱਲ ਕੀ ਹੋਣੀ ਸੀ, ਆ ਪਹਿਲਾਂ ਤਾਂ ਕਰੋਨਾ ਦਾ ਕਰਕੇ ਸਾਰੇ ਮਜ਼ਦੂਰ ਚਲੇ ਗਏ ਤਾਂ ਪਰੇਸ਼ਾਨ ਹੋ ਗਿਆ। ਆ ਹੁਣ ਜਿਹੜਾ ਭਾਰਤ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਜੇ, ਉਹ ਤਾਂ ਬੜਾ ਹੀ ਦਿਲ ਨੂੰ ਲਾ ਗਿਆ ਜੀ। ਪਰ ਰੌਲਾ ਤਾਂ ਮੈਂ ਵੀ ਸੁਣਿਆ ਯਾਰ, ਬਿੱਲ ਹੈ ਕੀ? ਭਾਈ ਜਿੱਥੋਂ ਤੱਕ ਮੈਂ ਸੁਣਿਆ ਨਾ ਵੀ ਇਹ ਬਿੱਲਾਂ ਕਰਕੇ ਕਿਸਾਨਾਂ ਦੀਆਂ ਸਾਰੀਆਂ ਜ਼ਮੀਨਾਂ ਅਬਾਨੀ ਡਾਨੀ ਨੇ ਲੈ ਜਾਣੀਆਂ। ਮੁੱਕਦੀ ਗੱਲ ਭਾਈ ਸਾਹਿਬ, ਕਿਸਾਨ ਮਜ਼ਦੂਰ ਦੋਨੇ ਹੀ ਮਾਰੇ ਜਾਣੇ। ਉਹ ਗੱਲ ਵਿੱਚੇ ਰਹਿ ਗਈ ਅੱਲਾ ਬਖਸ਼ੇ।
ਉਹ ਸਰਪੰਚ ਸਾਹਿਬ ਦਾ ਹਾਲ ਕੀ ਹੈ? ਹਾਲ ਇਹ ਜੇ ਬਸ ਉਹ ਟੀਵੀ ਦੇ ਮੋਹਰੇ ਬੈਠਾ ਇੰਡੀਆ ਦੀਆਂ ਖਬਰਾਂ ਦੇਖੀ ਜਾ ਰਹੀ ਤੇ ਆਪਣੇ ਆਪ 'ਚ ਕੁਝ ਨਾ ਕੁਝ ਬੋਲੀ ਜਾ ਰਿਹਾ। ਕਿਸਾਨਾਂ ਦੇ ਹੱਕ ਵਿੱਚ ਕਿਹੜੀ ਸਰਕਾਰ ਆਊਗੀ, ਮੈਂ ਵੋਟ ਕਿਸ ਨੂੰ ਪਾਵਾਂ, ਮੈਂ ਵੋਟ ਕਿਹਨੂੰ ਪਾਵਾਂ? ਉਹ ਭਾਈਜਾਨ ਵੋਟਾਂ ਤਾਂ ਇੱਥੇ ਵੀ ਆ ਗਈਆਂ, ਇੱਥੇ ਕੀ ਕਰਨਾ? ਓਏ ਆ ਕੋਈ ਟਾਈਮ ਸੀ ਇਲੈਕਸ਼ਨ ਕਾਲ ਕਰਨ ਦਾ? ਕਰੋਨਾ ਨੇ ਲੋਕਾਂ ਦੀ ਉਦਾਂ ਮੱਤ ਮਾਰੀ ਪਈ ਹੈ, ਸਕੂਲਾਂ ਵਿੱਚ ਕਰੋਨਾ ਆਇਆ ਪਿਆ ਹੈ, ਇਹਨਾਂ ਨੂੰ ਵੋਟਾਂ ਦੀ ਪਈ ਹੈ। ਯਾਰ ਦੋ ਹੀ ਤਾਂ ਪਾਰਟੀਆਂ ਇੱਥੇ, ਲਿਬਰਲ ਤੇ ਐਨਡੀਪੀ। ਲਿਬਰਲ ਨੇ 16 ਸਾਲ ਰਾਜ ਕੀਤਾ, ਅਸੀਂ ਤਰਸਦੇ ਮਰ ਗਏ। ਸਰੀ ਵਾਲੇ ਹਸਪੀਟਲ ਤਾਂ ਕੀ ਬਣਾਉਣਾ ਸੀ, ਨਾਲ ਲੱਗਦੀ ICBC ਵੀ ਮਾਂਜ ਕੇ ਧਰ ਗਏ। ਲਓ ਵੀ NDP ਦੀ ਇਹ ਗੱਲ ਹੈ, ਪਹਿਲਾਂ ਤਾਂ ਸਾਰਾ ਟੋਲ ਖਤਮ ਕੀਤਾ, ਫਿਰ ਮੈਡੀਕਲ ਬਿੱਲ ਖਤਮ ਕੀਤੇ, ਪਰ ਲਿਬਰਲ ਨੇ ਜਿਹੜਾ ਮੈਸੀ ਟਰਨ ਤੇ ਪੈਸਾ ਲਾਇਆ ਸੀ ਨਾ, ਉਹ ਬ੍ਰਿਜ ਬਣਾਉਣ ਦੇ ਸਾਰਾ ਹੀ ਬਰਬਾਦ ਕਰਤਾ। ਉਹ ਮੁੱਕਦੀ ਗੱਲ ਇਹ ਆ ਕਿ ਮੈਂ ਵੋਟ ਕਿਹਨੂੰ ਪਾਵਾਂ? What's that? What does it say? It says my dad is under severe depression. He will have to take this medication all his life. मैं पहला जाके उन्होंने दवाई लेके आवा। ਜਿਹੜੀ ਦਵਾਈ ਇੰਨੀ ਚੰਗੀ ਆ, ਡੈਡ ਨੇ ਐਨ ਠੀਕ ਹੋ ਜਾਣਾ। ਜਿੱਥੇ ਵੀ ਜਾਣਾ, ਇੰਡੀਆ ਚਲ ਗਏ, ਇੱਥੇ ਚਲ ਗਏ, ਅਮਰੀਕਾ ਚਲ ਗਏ, ਹੌਲੀਡੇ ਚਲ ਗਏ, ਮਿਸ ਨਹੀਂ ਕਰਨੀ। Sam, your father is going to be okay. Thank you, sir. ਡੈਡ ਤੁਸੀਂ ਵਾਪਸ ਜਾਣ ਦੀ ਜ਼ਿੱਦ ਕਿਉਂ ਕਰ ਰਹੇ ਹੋ? ਪੈਰੀ ਪੈਣਾ ਡੈਡ ਤੁਸੀਂ ਇੰਡੀਆ ਜਾਣ ਦੀ ਨਾ ਸੋਚੋ। ਤੁਹਾਨੂੰ ਪਤਾ ਤੁਹਾਡੀ ਕੀ ਹਾਲਤ ਸੀ? ਆਹ ਦੇਖੋ ਆਪਣੀ ਵੀਡੀਓ ਡੈਡ, ਆਹ ਦੇਖੋ ਜਰਾ ਤੁਹਾਡੀ ਕੀ ਹਾਲਤ ਸੀ। ਆ ਮੈਂ ਇੱਦਾਂ ਹੀ ਕਰੀ ਜਾਂਦਾ ਸੀ, ਮੈਂ ਵੋਟ ਕਿਹਨੂੰ ਪਾਵਾਂ, ਮੈਂ ਵੋਟ ਕਿਹਨੂੰ ਪਾਵਾਂ। ਉਹ ਵਾਹ ਵੇ ਸੱਚਾ ਸਿਆ, ਕਮਲਾ ਹੀ ਹੋ ਗਿਆ ਸੀ ਤੂੰ ਤੇ। ਮੈਨੂੰ ਪਤਾ ਡੈਡ ਤੁਸੀਂ ਲੋਕਾਂ ਦੇ ਕੰਮਾਂ 'ਚ ਲੱਗ ਗਏ, ਤੁਸੀਂ ਆਪਣੀ ਦਵਾਈ ਛੱਡ ਦੇਣੀ ਆ ਉੱਥੇ, ਉਹ ਟਾਈਮ ਸਿਰ ਨਹੀਂ ਲੈਣੀ। ਤੂੰ ਚਿੰਤਾ ਨਾ ਕਰ ਸੈਮ, ਮੈਂ ਦਵਾਈ ਟਾਈਮ ਸਿਰ ਲੈਂਦਾ ਰਵਾਂਗਾ। ਆ ਕਿਸਾਨਾਂ ਦੇ ਉੱਤੇ ਜਿਹੜੀ ਆਫਤ ਪੈ ਗਈ ਹੈ ਨਾ ਬਿੱਲਾਂ ਵਾਲੀ, ਇਸ ਵੇਲੇ ਮੇਰਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਕੋਈ ਨਹੀਂ ਸੈਮ, ਤੇਰੇ ਨਾਲ ਵਾਅਦਾ ਕਰਦਾ ਮੈਂ ਜਲਦੀ ਵਾਪਸ ਆਊਂਗਾ। ਉੱਥੇ ਦਾ ਮਾਮਲਾ ਥੋੜਾ ਨਿਬੇੜ ਲਵਾਂ, ਫਿਰ ਸਾਰਾ ਕੁਝ ਵੇਚ ਵੱਟ ਕੇ ਮੈਂ ਤੇ ਤੇਰੇ ਮੰਮੀ ਨੇ ਅਸੀਂ ਤੇਰੇ ਕੋਲ ਹੀ ਆ ਜਾਣਾ। ਹਾਂ ਸੱਚ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਟੋਨੀ ਵੱਲ ਜ਼ਰੂਰ ਹੋ ਕੇ ਆਉਣਾ, ਉਹ ਮੇਰਾ ਬਹੁਤ ਕਰਦਾ ਹੀ ਯਾਰ। ਮੈਂ ਤੇ ਤੇਰੇ ਮੰਮੀ ਅਸੀਂ ਉਹਦੇ ਵੱਲ ਹੋ ਕੇ ਆਉਂਦੇ ਹਾਂ, ਚੰਗਾ? ਚੱਲ ਆ। ਸਰਪੰਚ ਸਾਹਿਬ, ਮੈਂ ਵੋਟ ਕਿਹਨੂੰ ਪਾਵਾਂ? ਜਦੋਂ ਕਿਸਾਨਾਂ ਵੇ ਤੇਰਾ ਭਲਾ ਨਾ ਚਾਹੁੰਦੇ ਨੇ, ਜਾਗ ਪੈ ਤੂੰ ਕਿਸਾਨਾਂ, ਲੀਡਰ ਲਾਰੇ ਲਾਉਂਦੇ ਨੇ, ਲਾਰੇ ਲਾਉਂਦੇ ਨੇ, ਤੈਨੂੰ ਉਹ ਬਣਾਉਂਦੇ ਨੇ।